students. Next topic is multi-level inheritance. इस टॉपिक 'ਚ ਅਸੀਂ ਇਹ ਦੇਖਾਂਗੇ ਕਿ एटलीस्ट 3 ਲੈਵਲ ਆਫ ਹਾਇਰਾਰਕੀ ਇਜ਼ ਰਿਕੁਆਇਰਡ। ਘੱਟੋ ਘੱਟ 3 ਲੈਵਲ ਦੀ ਜਿਸ ਤਰ੍ਹਾਂ ਦੀ ਸਾਡੇ ਕੋਲ ਇਨਹੈਰੀਟੈਂਸ ਹੈ ਕਿ ਕਲਾਸ A ਤੋਂ ਡਾਟਾ ਕਲਾਸ B 'ਚ ਗਿਆ ਜਾਂ ਪ੍ਰੋਪਰਟੀਜ਼ B 'ਚ ਗਈਆਂ, B ਤੋਂ ਪ੍ਰੋਪਰਟੀਜ਼ ਇਨਹੈਰਿਟ ਹੋ ਕੇ ਕਲਾਸ C 'ਚ ਗਈਆਂ। ਇਸ ਤਰ੍ਹਾਂ ਦੇ ਇਨਵਾਇਰਮੈਂਟ ਨੂੰ ਅਸੀਂ ਬੋਲਾਂਗੇ ਕਿ ਦਿਸ ਇਜ਼ ਰਿਪਰੈਜ਼ੈਂਟਿੰਗ ਮਲਟੀ ਲੈਵਲ ਇਨਹੈਰੀਟੈਂਸ। ਪਹਿਲਾਂ ਅਸੀਂ ਪ੍ਰੋਗਰਾਮ ਕਰਾਂਗੇ ਵਿਦਆਊਟ ਯੂਜ਼ਿੰਗ ਦੀ ਕੰਸੈਪਟ ਆਫ ਕੰਸਟਰਕਟਰ ਫੰਕਸ਼ਨ। ਕਲਾਸ A ਦੇ ਲਈ ਮੈਂ ਕਿਵੇਂ ਡੈਫੀਨੇਸ਼ਨ ਕੀਤੀ ਹੈ ਕਿ ਕਲਾਸ A 'ਚ ਮੈਂ ਇੱਕ ਵੇਰੀਏਬਲ ਲੈ ਲਿਆ ਇੰਟ A। ਉਹਦੀ ਅਸੈਸ ਪ੍ਰੋਟੈਕਟਡ ਕਿਉਂ ਰੱਖੀ ਹੈ ਕਿ ਬਿਕੋਜ਼ ਅਸੀਂ ਇਹਨੂੰ ਇਨਹੈਰਿਟ ਕਰਨਾ ਵਾ ਨੀਚੇ। ਜੇ ਅਸੀਂ ਇੱਥੇ ਪ੍ਰਾਈਵੇਟ ਲਿਖ ਦਾਂਗੇ ਤਾਂ ਬੇਟਾ ਨੀਚੇ ਇਨਹੈਰਿਟ ਨਹੀਂ ਹੋਏਗਾ, ਸੋ ਵੀ ਹੈਵ ਕੈਪਟ ਇਟ ਪ੍ਰੋਟੈਕਟਡ। ਪਬਲਿਕ ਫੰਕਸ਼ਨ ਦੇ ਵਿੱਚ ਅਸੀਂ ਇੱਕ ਫੰਕਸ਼ਨ ਨਾਲ ਇਸ A ਵੇਰੀਏਬਲ ਨੂੰ ਡਾਟਾ ਦਿੱਤਾ, ਕੰਸੋਲਿਨ A ਦੇ ਨਾਲ, ਕੰਸੋਲਿਨ ਸਟੇਟਮੈਂਟ ਨਾਲ A ਨੂੰ ਕੋਈ ਵੇਰੀਏਬਲ ਦਿੱਤੀ ਹੈ। ਇੱਕ ਫੰਕਸ਼ਨ ਪੁੱਟ ਫੰਕਸ਼ਨ ਦੇ ਨਾਲ ਇਹਦੀ ਵੈਲਿਊ ਨੂੰ ਡਿਸਪਲੇ ਕਰ ਦਿੱਤਾ। ਠੀਕ ਹੈ, ਜਸਟ ਫॉर ਅੰਡਰਸਟੈਂਡਿੰਗ ਅਸੀਂ ਇੱਕ ਸਿੰਪਲ ਜਿਹੀ ਕੰਸੈਪਟ ਨੂੰ ਪ੍ਰੋਗਰਾਮ ਨੂੰ ਯੂਜ਼ ਕੀਤਾ। ਫਿਰ ਅਸੀਂ ਕਲਾਸ ਦੀ ਡੈਫੀਨੇਸ਼ਨ ਟਰਮੀਨੇਟ ਕਰ ਦਿੱਤੀ। ਅਸੀਂ ਕਲਾਸ B ਸ਼ੁਰੂ ਕੀਤੀ ਕਿਉਂਕਿ ਕਲਾਸ B ਕਲਾਸ A ਨੂੰ ਇਨਹੈਰਿਟ ਕਰਦੀ ਪਈ ਹੈ, ਸੋ ਕਲਾਸ B ਦੇ ਵਿੱਚ ਆਪਾਂ ਪਬਲਿਕਲੀ ਕਲਾਸ A ਨੂੰ ਕਾਲ ਕਰ ਲਿੱਤਾ। ਜਦੋਂ ਕਲਾਸ B ਦੀ ਡੈਫੀਨੇਸ਼ਨ ਲਿਖੀ, ਇੱਥੇ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ ਕਿ ਇਹਦੇ 'ਚ ਇੱਕ ਵੇਰੀਏਬਲ ਡਿਫਾਈਨ ਕੀਤਾ B ਐਜ਼ ਪ੍ਰੋਟੈਕਟਡ ਵੇਰੀਏਬਲ। ਨਾਓ ਸੀ ਕਿ ਆਪਾਂ ਇਹ ਧਿਆਨ ਰੱਖਣਾ ਵਾ ਕਿ ਕਿਉਂਕਿ ਕਲਾਸ B ਨੇ ਵੀ ਨੀਚੇ ਇਨਹੈਰਿਟ ਹੋਣਾ ਹੈ। ਠੀਕ ਹੈ, ਤੇ ਥਰੂ ਕਲਾਸ B ਉੱਪਰ ਵਾਲੀ ਕਲਾਸ ਦੀਆਂ ਵੀ ਪ੍ਰੋਪਰਟੀਜ਼ ਨੀਚੇ ਚਲੀ ਜਾਣੀਆਂ ਨੇ। ਸੋ ਅਸੀਂ ਕਲਾਸ B 'ਚ ਵੇਰੀਏਬਲ B ਜਿਹੜਾ ਲਿੱਤਾ ਵਾ ਡੈਟ ਇਜ਼ ਆਫ ਕਾਈਂਡ ਅਸੈਸ ਟਾਈਪ ਪ੍ਰੋਟੈਕਟਡ, ਤੇ ਇਹਦੇ 'ਚ ਵੀ ਇੱਕ ਫੰਕਸ਼ਨ ਲਿੱਤਾ। ਦੇਖੋ ਜਦੋਂ ਇਹਦਾ ਆਪਣਾ ਫੰਕਸ਼ਨ ਲਿਖਣਾ ਨਾ ਡਾਟਾ ਐਂਟਰ ਕਰਨ ਦੇ ਲਈ, ਉਹਦਾ ਆਪਾਂ ਇਹਦੇ ਨਾਲੋਂ ਨਾਮ ਡਿਫਰੈਂਟ ਕਰਨਾ। ਇੱਥੇ ਗੈਟ ਪੁੱਟ ਯੂਜ਼ ਕੀਤੇ, ਇੱਥੇ ਤੁਸੀਂ ਕੋਈ ਹੋਰ ਨਾਮ ਰੱਖ ਲਓ, ਈਵਨ ਯੂ ਕੈਨ ਰਾਈਟ ਯੂਰ ਓਨ ਨੇਮ। ਇੱਥੇ ਅਸੀਂ ਲਿਖ ਦਿੱਤਾ ਐਂਟਰ ਐਂਡ ਸ਼ੋ ਫੰਕਸ਼ਨ। ਠੀਕ ਹੈ, ਅਸੀਂ ਇਸ ਕਲਾਸ ਦੀ ਡੈਫੀਨੇਸ਼ਨ ਨੂੰ ਟਰਮੀਨੇਟ ਕਰ ਦਿੱਤਾ। ਨੈਕਸਟ ਅਸੀਂ ਕਲਾਸ C ਨੂੰ ਡਿਫਾਈਨ ਕਰਨਾ ਵਾ ਜਦੋਂ ਅਗੇਨ ਵੀ ਨੀਡ ਸਮ ਵੇਰੀਏਬਲ, ਬਟ ਹੁਣ ਕਿਉਂਕਿ ਕਲਾਸ C ਨੇ ਨੀਚੇ ਨਹੀਂ ਜਾਣਾ ਕਿਤੇ, ਸੋ ਕਲਾਸ C ਤੋਂ ਨੀਚੇ ਇਨਹੈਰੀਟੈਂਸ ਦੀ ਪੋਸੀਬਿਲਿਟੀ ਨਹੀਂ ਹੈ ਕਿਤੇ ਕੀਤੀ ਹੋਈ। ਠੀਕ ਹੈ, ਸੋ ਅਸੀਂ ਕਲਾਸ C ਦੇ ਲਈ ਵੇਰੀਏਬਲ ਜਿਹੜਾ ਲਵਾਂਗੇ ਉਹਦੀ ਟਾਈਪ ਪ੍ਰਾਈਵੇਟ ਰੱਖ ਸਕਦੇ ਹਾਂ। ਸੋ ਅਸੀਂ ਕਲਾਸ C ਦੇ ਲਈ ਜਿਹੜਾ ਵੇਰੀਏਬਲ ਲਿੱਤਾ C ਉਹਨੂੰ ਅਸੀਂ ਰੱਖ ਦਿੱਤਾ ਟਾਈਪ ਪ੍ਰਾਈਵੇਟ। ਸੋ ਜਦੋਂ ਤੁਸੀਂ ਇਹਦੇ ਆਪ ਦੇ ਫੰਕਸ਼ਨ ਲਿਖਣੇ ਆ ਕਲਾਸ C ਦੇ, ਤੁਸੀਂ ਉਹਦੇ 'ਚ ਉੱਪਰ ਵਾਲਿਆਂ ਦਾ ਨਾਮ ਨਾਲੋਂ ਡਿਫਰੈਂਟ ਨਾਮ ਯੂਜ਼ ਕਰਨੇ ਆ। ਆਪਾਂ ਇੱਕ ਲਿਖ ਲਿਆ ਇਨਪੁਟ ਫੰਕਸ਼ਨ, ਇੱਕ ਦਾ ਨਾਮ ਰੱਖ ਲਿਆ ਡਿਸਪਲੇ ਫੰਕਸ਼ਨ। ਕੀ ਕਰ ਰਿਹਾ ਇਨਪੁਟ ਫੰਕਸ਼ਨ? ਵਾਈਡ ਇਨਪੁਟ ਫੰਕਸ਼ਨ ਦੇ ਨਾਲ ਅਸੀਂ ਡਾਟਾ ਐਂਟਰ ਕੀਤਾ ਕੰਸੋਲ ਇਨ C, ਤੇ ਵਾਈਡ ਡਿਸਪਲੇ ਫੰਕਸ਼ਨ ਨਾਲ ਆਪਾਂ ਉਸ ਡਾਟੇ ਨੂੰ ਡਿਸਪਲੇ ਕਰਦੇ ਪਏ ਹਾਂ। ਦੇਖੋ ਥੋੜ੍ਹਾ ਜਿਹਾ ਕਲੋਜ਼ ਕੀਤਾ ਮੈਂ ਉਹਨੂੰ, ਦੇਖੋ ਕਿ ਵਾਈਡ ਇਨਪੁਟ ਫੰਕਸ਼ਨ ਇਹ ਕੰਮ ਕਰਦਾ ਪਿਆ ਅਤੇ ਵਾਈਡ ਡਿਸਪਲੇ ਫੰਕਸ਼ਨ ਇਹ ਕੰਮ ਕਰਦਾ ਪਿਆ। ਸੋ ਉਸ ਤੋਂ ਬਾਅਦ ਕਲਾਸ ਦੀ ਡੈਫੀਨੇਸ਼ਨ ਨੂੰ ਇੱਥੇ ਖਤਮ ਕਰ ਦਿੱਤਾ, ਕਲਾਸ C ਦੀ ਡੈਫੀਨੇਸ਼ਨ ਨੂੰ। ਕਲਾਸ A ਵੀ ਨੀਚੇ ਇਨਹੈਰਿਟ ਹੋ ਗਈ ਹੈ, ਕਲਾਸ A ਇਨਹੈਰਿਟ ਹੋ ਕੇ ਚਲੀ ਗਈ ਕਲਾਸ B 'ਚ, ਕਲਾਸ B ਦੀਆਂ ਪ੍ਰੋਪਰਟੀਜ਼ ਚਲ ਗਈਆਂ ਕਲਾਸ C 'ਚ। ਸੋ ਅਸੀਂ ਇਸ ਪ੍ਰੋਗਰਾਮ 'ਚ ਕਲਾਸ C ਦੇ ਲਈ ਆਬਜੈਕਟ ਡਿਫਾਈਨ ਕਰਾਂਗੇ। ਸੀ ਦਿਸ ਮੇਨ ਸੈਕਸ਼ਨ 'ਚ ਅਸੀਂ ਕੀ ਕੀਤਾ, ਕਲਾਸ C ਦੇ ਲਈ ਆਬਜੈਕਟ ਡਿਫਾਈਨ ਕੀਤਾ। ਠੀਕ ਹੈ, ਕਲਾਸ C ਦੇ ਲਈ ਅਸੀਂ ਆਬਜੈਕਟ ਡਿਫਾਈਨ ਕਿਵੇਂ ਕਰਾਂਗੇ ਕਿ ਕਲਾਸ C ਸਪੇਸ O, ਦਿਸ O ਇਜ਼ ਨਾਓ ਯੂਅਰ ਆਬਜੈਕਟ ਔਰ ਫॉर ਦ ਕਲਾਸ C। ਨਾ ਤੇ ਕਲਾਸ A ਦਾ ਕੋਈ ਆਬਜੈਕਟ ਕ੍ਰੀਏਟ ਕੀਤਾ ਵਾ, ਨਾ ਹੀ ਕਲਾਸ B ਦਾ ਆਬਜੈਕਟ ਕ੍ਰੀਏਟ ਕੀਤਾ ਵਾ, ਬਿਕੋਜ਼ ਉਹਨਾਂ ਸਾਰੀਆਂ ਨੂੰ ਅਸੀਂ C 'ਚ ਲਿਆਏ ਹੋਏ ਆ ਇਨਹੈਰੀਟੈਂਸ ਦੇ ਥਰੂ। ਹੁਣ ਆਪਾਂ ਕੋਲ ਕਲਾਸ C ਦੇ ਵਿੱਚ ਕੀ ਹੋਏਗਾ, ਕਲਾਸ B ਦਾ ਸਾਰਾ ਡਾਟਾ, ਕਿਉਂਕਿ ਇੱਥੇ ਜਿਹੜੇ ਪ੍ਰੋਟੈਕਟਡ ਸੀਗਾ ਉਹ ਇੱਥੇ ਜਾ ਕੇ ਇਹਦਾ ਮੈਂਬਰ ਬਣ ਗਿਆ, ਵੇਰੀਏਬਲ B ਵੀ ਇਹ 'ਚ ਆ ਗਿਆ, ਔਰ ਇਹਦੇ ਦੋਨੋਂ ਫੰਕਸ਼ਨ ਐਂਟਰ ਫੰਕਸ਼ਨ ਅਤੇ ਸ਼ੋ ਫੰਕਸ਼ਨ ਵੀ ਇਹਦੇ 'ਚ ਆ ਗਏ ਕਲਾਸ C 'ਚ। ਥਰੂ ਕਲਾਸ B ਕਲਾਸ A ਦਾ ਵੀ ਸਾਰਾ ਡਾਟਾ C 'ਚ ਆ ਗਿਆ, ਗੈਟ ਫੰਕਸ਼ਨ ਵੀ ਆ ਗਿਆ, ਪੁੱਟ ਫੰਕਸ਼ਨ ਵੀ ਆ ਗਿਆ। ਸੋ ਅਸੀਂ ਕੀ ਕਰਾਂਗੇ ਹੁਣ, ਆਬਜੈਕਟ O ਦੇ ਲਈ ਗੈਟ ਫੰਕਸ਼ਨ ਨੂੰ ਵੀ ਰਨ ਕਰਾਂਗੇ, ਪੁੱਟ ਫੰਕਸ਼ਨ ਨੂੰ ਵੀ ਰਨ ਕਰਾਂਗੇ, ਐਂਟਰ ਨੂੰ ਵੀ ਰਨ ਕਰਾਂਗੇ, ਸ਼ੋ ਫੰਕਸ਼ਨ ਨੂੰ ਵੀ, ਇਨਪੁਟ ਫੰਕਸ਼ਨ ਨੂੰ ਵੀ, ਅਤੇ ਡਿਸਪਲੇ ਫੰਕਸ਼ਨ ਨੂੰ ਵੀ। ਕੁਐਸਚਨ ਇਹ ਆ ਸਕਦਾ ਹੈ ਕਿ ਤੁਹਾਡੇ ਮਨ 'ਚ ਕਿ ਗੈਟ ਫੰਕਸ਼ਨ ਅਤੇ ਪੁੱਟ ਫੰਕਸ਼ਨ ਡਾਇਰੈਕਟਲੀ ਤੇ ਕਲਾਸ A 'ਚ ਲਿਖੇ ਨਹੀਂ ਹੋਏ,
बिकॉज असी इनहेरिटेंस यूज़ की है। सो वो जो फंक्शन ने गैट फंक्शन तो पुट फंक्शन वो पहला क्लास बी च आ गए और थ्रू क्लास बी वो दोनों के दोनों फंक्शन क्लास सी च भी आ गए। ठीक है, और क्लास सी दे विच आपां पब्लिकली बी नूं कॉल किया है तो क्लास बी दे फंक्शन जिहड़े आ वो भी क्लास सी च आ गए। सो रिजल्ट विल बी लाइक दिस ऑन योर स्क्रीन कि जो तुसीं इस प्रोग्राम नूं इंप्लीमेंट करोगे एग्जीक्यूट करोगे सी का ऑब्जेक्ट बनया ਉਹਦੇ ਲਈ ਆਪਾਂ ਗੈਟ ਫੰਕਸ਼ਨ ਰਨ ਕੀਤਾ। ਪਹਿਲਾਂ ਸਕਰੀਨ ਤੇ ਇੱਕ ਕਰਸਰ ਬਲਿੰਕ ਕਰੇਗਾ, ਆਪਾਂ ਜਿਹੜੀ ਵੈਲਿਊ ਲਿਖੀ ਸਪੋਜ਼ ਅਸੀਂ ਲਿਖਤਾ 10 ਦੈਟ ਵਿਲ ਬੀ ਸਟੋਰਡ ਇਨ ਦਾ ਰੈਮ ਦੇ ਵਿੱਚ ਇਹ ਏ 'ਚ ਸਟੋਰ ਹੋ ਜਾਏਗੀ, ਸਕਰੀਨ ਤੇ ਆ ਜਾਏਗਾ a ਇਜ਼ ਇਕੁਅਲ ਟੂ 10। ਫਿਰ ਪੁੱਟ ਫੰਕਸ਼ਨ ਜੋ ਚੱਲਿਆ ਇਹ ਚੀਜ਼ ਕਿੰਨੇ ਕਰਨੀ ਹੈ a ਇਜ਼ ਇਕੁਅਲ 10 ਪੁੱਟ ਦੇ ਕਾਰਨ ਲਿਖਿਆ ਗਿਆ। ਫਿਰ ਤੁਸੀਂ ਐਂਟਰ ਫੰਕਸ਼ਨ ਰਨ ਕੀਤਾ, ਸਕਰੀਨ ਤੇ ਕਰਸਰ ਬਲਿੰਕ ਕਰੇਗਾ, ਆਪਾਂ ਲਿਖਤਾ 20। फिर आप शो फंक्शन रन किया, शो फंक्शन ये करना वा बी की वैल्यू डिस्प्ले करनी बी इज इक्वल टू 20। फिर कर्सर ब्लिंक करता पाया वा कंसोल इनपुट फंक्शन के कारण कंसोल इन सी आप उत्थे लिखता 30 तो 30 नू कंसोल आउट करेगा सी डिस्प्ले फंक्शन थ्रू सी इज इक्वल टू 30 लिखा जाएगा। दिस विल बी योर आउटपुट ऑन स्क्रीन। इतने आप गेट सी एच नीचे लिखते होंगे जिस स्क्रीन होल्ड कर लेंदा। सो दिस विल बी योर रिजल्ट फॉर दिस प्रोग्राम। सो कीप इन माइंड कि आपां इस प्रोग्राम च कंस्ट्रक्टर यूज़ नहीं किया। सो नैक्सट प्रोग्राम च इसी प्रोग्राम नूं कंस्ट्रक्टर नाल किवें लिखना वो दिखते हैं और जस्ट ट्राई टू इंप्लीमेंट दिस प्रोग्राम एंड गेट द रिजल्ट्स। थैंक यू स्टूडेंट्स। इफ वी हैव टू इंप्लीमेंट मल्टी लेवल इनहेरिटेंस यूजिंग कंस्ट्रक्टर then program will look like this। सब तो पहला असीं क्लास ए नूं डिफाइन करांगे विद द हैल्प ऑफ कंस्ट्रक्टर फंक्शन। आपां वेरीएबल ए नूं वैल्यू इनिशियलाइज कर दी, क्लास नूं डेफिनेशन बंद कर दिता। फिर क्लास बी की डेफिनेशन लिखांगे, क्लास बी च पब्लिकली क्लास ए नूं कॉल कर लांगे। क्लास बी च साडे कोल एक अपना वेरीएबल भी है, क्लास बी का इंटीजर बी प्रोटैक्टेड वेरीएबल है। इहदे विच असीं कंस्ट्रक्टर फंक्शन दे विच अंदर जाके एक वेरीएबल की वैल्यू दे दी तो उन्होंने डिस्प्ले कर दिता। क्लास बी की डेफिनेशन खत्म करने तो बाद क्लास सी ये आप पब्लिकली क्लास बी नूं कॉल कर लिया। देखो हुण क्लास सी ने तो नीचे नहीं जाना, ये सानू ਇਹਦਾ ਜਿਹੜਾ ਮੈਂਬਰ ਵੇਰੀਏਬਲ ਹੈ ਉਸ ਨੂੰ ਪ੍ਰੋਟੈਕਟਡ ਡਿਕਲੇਅਰ ਕਰਨ ਦੀ ਲੋੜ ਨਹੀਂ ਹੈ, ਉਸ ਨੂੰ ਅਸੀਂ ਪ੍ਰਾਈਵੇਟ ਰਹਿਣ ਦਿੱਤਾ। ਪਬਲਿਕ ਸੈਕਸ਼ਨ 'ਚ ਕਲਾਸ ਸੀ ਦਾ ਕੰਸਟਰਕਟਰ ਉਹਨੂੰ ਵੈਲਿਊ ਦੇਤੀ, ਡਿਸਪਲੇ ਕਰ ਦਿੱਤਾ। ਕਲਾਸ ਸੀ ਵੀ ਖਤਮ ਹੋ ਗਈ। ਵਿਦਿਨ ਵਾਈਡ ਮੇਨ ਤੁਸੀਂ ਕੀ ਲਿਖਣਾ ਹੈ, ਇਸ ਤੋਂ ਬਾਅਦ ਮੇਨ ਫੰਕਸ਼ਨ ਲਿਖਣਾ ਹੈ। ਸਿੰਪਲੀ ਕਲਾਸ ਸੀ ਦਾ ਆਬਜੈਕਟ ਡਿਕਲੇਅਰ ਕਰ ਦਿਓ ਓ ਤੇ ਗੈਟ ਸੀ ਐਚ ਫੰਕਸ਼ਨ ਲਿਖ ਦਿਓ ਸਕਰੀਨ ਨੂੰ ਰੋਕਣ ਦੇ ਲਈ। ਕੀ ਹੋਏਗਾ ਕਿ ਜਦੋਂ ਪ੍ਰੋਗਰਾਮ ਰਨ ਹੋਣਾ ਆਊਟਪੁੱਟ ਕਿਸ ਤਰ੍ਹਾਂ ਆਏਗੀ कि जो क्लास सी का ऑब्जेक्ट वो बनया, सब तो पहला कंट्रोल चला गया क्लास सी को, उन्हें भेजता क्लास बी को गया उन्हें भेजता क्लास ए को। सो साढ़े को सब तो पहला ए वाला फंक्शन रन हो गया कंस्ट्रक्टर, इतने लिखा आ जाएगा ए इज इक्वल टू 10। कंट्रोल हूँ वापस आ गया बी च लिखा आ गया बी इज इक्वल टू 20 तो अल्टीमेटली सी च लिखा गया सी इज इक्वल टू 30। ये असी किसी भी फंक्शन को इस्तेमाल नहीं किया इलावा कंस्ट्रक्टर तो। सो इस तरह के प्रोग्राम को असीं बोलांगे मल्टी लैवल इनहेरिटेंस विद कंस्ट्रक्टर फंक्शन। सो यू हैव टू इंप्लीमेंट दिस ऑन योर सिस्टम एंड सेंड मी रिजल्ट्स। थैंक यू।